ਇੱਕ ਕੰਪਨੀ ਦੇ ਵਿੱਚ ਜੌਬ ਲੱਗੀ, ਲੇਕਿਨ ਉਹਨਾਂ ਦਾ ਅੱਜ ਤੱਕ ਕੋਈ ਕਾਲ। ਫਿਰ ਮੈਂ ਘੱਟ ਸੈਲਰੀ ਤੋਂ ਜੋ ਸ਼ੁਰੂ ਕੀਤੀ, ਪਹਿਲੇ ਹਫਤੇ ਦੇ ਵਿੱਚ ਮੈਨੂੰ ਇਹ ਚੀਜ਼ ਰਿਅਲਾਈਜ਼ ਹੋ ਗਈ ਯਾਰ ਕਿ ਜਿੰਨੀ ਸੈਲਰੀ ਮੇਰੇ ਪਿੰਡ ਸ਼ਹਿਰ 'ਚ ਹੋਈ ਸੀ, ਸੰਗਰੂਰ ਦੇ ਵਿੱਚ ਹੀ, ਉਦੋਂ 5 6 7 8 10 ਗੁਣਾ ਤੱਕ ਸੈਲਰੀ ਮੈਨੂੰ ਉੱਥੇ ਮਿਲੀ। ਮੈਂ ਕਦੇ ਪੈਸਾ ਸੇਵ ਨਹੀਂ ਕੀਤਾ। ਮਹਿੰਗੀਆਂ ਘੜੀਆਂ, ਮਹਿੰਗੇ ਕੱਪੜੇ, ਮਹਿੰਗੇ ਜੁੱਤੇ, ਮਹਿੰਗੇ ਸ਼ੌਂਕ। ਜ਼ਿੰਦਗੀ ਦੇ ਵਿੱਚ ਉਸ ਪੁਆਇੰਟ ਤੇ ਮੈਨੂੰ ਰਿਅਲਾਈਜ਼ ਹੋਇਆ ਯਾਰ ਵੀ ਹੁਣ ਕੀ, ਨੌਕਰੀ ਜਿੱਡੀ ਮਰਜ਼ੀ ਵੱਡੀ ਹੋਵੇ ਪ੍ਰਾਈਵੇਟ, ਲੇਕਿਨ ਮੈਂ ਕਬੀਲਦਾਰ ਹੋ ਗਿਆ ਹੁਣ ਵੀ ਯਾਰ ਹੁਣ ਘਰ ਕਿਵੇਂ ਚੱਲੂਗਾ। ਨਾ ਕੋਈ ਫਾਈਨੈਂਸ਼ੀਅਲ ਕੰਡੀਸ਼ਨ ਵਾਲੀ ਚੰਗੀ ਹੈ, ਪੈਸੇ ਕੋਈ ਸੇਵ ਨਹੀਂ ਕੀਤੇ ਸੀਗੇ ਜੀ, ਤਾਂ ਹੁਣ ਕੀ ਕੀਤਾ ਫਿਰ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਪੀਯੂਸ਼ ਜਿੰਦਲ ਤੇ ਮੈਂ ਇੱਕ ਇੰਗਲਿਸ਼ ਲੈਂਗੁਏਜ ਦਾ ਅਧਿਆਪਕ ਹਾਂ ਜੀ। ਤੇ ਜਦੋਂ ਵੀ ਆਪਣੇ ਮਾਈਂਡ ਦੇ ਵਿੱਚ ਇੰਗਲਿਸ਼ ਦੀ ਗੂੰਜ ਸੁਣਦੀ ਹੈ ਜੀ, ਜਾਂ ਫਿਰ ਇੰਗਲਿਸ਼ ਬਾਰੇ ਆਪਾਂ ਸੋਚਦੇ ਹਾਂ, ਤਾਂ ਜ਼ਿਆਦਾਤਰ ਆਪਾਂ ਆਇਲਸ ਬਾਰੇ, ਅਬਰੋਡ ਬਾਰੇ, ਕੈਨੇਡਾ ਬਾਰੇ, ਅਮਰੀਕਾ ਬਾਰੇ ਸੋਚਦੇ ਹਾਂ। ਲੇਕਿਨ ਮੇਰੀ ਸਟੋਰੀ ਜਿਹੜੀ ਹੈਗੀ ਉਹ ਥੋੜ੍ਹੀ ਜਿਹੀ ਡਿਫਰੈਂਟ ਹੈ ਜੀ। ਮੈਂ ਛੋਟੇ ਹੁੰਦੇ ਤੋਂ ਹੀ ਸਫ਼ਰ ਕੀਤਾ ਜੀ। ਮੇਰੀ ਫੈਮਿਲੀ ਨੇ ਛੋਟੇ ਹੁੰਦੇ ਤੋਂ ਹੀ ਸਫ਼ਰ ਕੀਤਾ। ਛੋਟੇ ਹੁੰਦੇ ਤੋਂ ਹੀ ਮੇਰੇ ਮਾਈ ਫਾਦਰ ਲੈਫਟ ਮਾਈ ਮਦਰ ਐਂਡ ਮੀ ਐਂਡ ਮਾਈ ਸਿਸਟਰ ਫॉर ਸਮਬਡੀ ਐਲਸ। ਅਤੇ ਉਸ ਤਰੀਕੇ ਨਾਲ ਹੀ ਇਮੋਸ਼ਨਲ ਟਰੋਮਾ ਦੇ ਵਿੱਚੋਂ ਨਿਕਲਿਆ ਜੀ। ਮੈਂ ਦੂਸਰੀ ਤੀਸਰੀ ਦੇ ਵਿੱਚ ਹੁੰਦਾ ਹੋਏਗਾ ਤਾਂ ਉਦੋਂ ਹੀ ਮਾਈਂਡ ਖਰਾਬ ਹੋ ਗਿਆ ਸੀ ਵੀ ਹੁਣ ਜ਼ਿੰਦਗੀ ਦੇ ਵਿੱਚ ਕੀ ਹੋਊਗਾ, ਕੌਣ ਸੰਭਾਲੂਗਾ, ਕੌਣ ਨਹੀਂ ਸੰਭਾਲੂਗਾ। ਲੇਕਿਨ ਮੇਰੇ ਮਦਰ ਪਿੱਲਰ ਬਣ ਕੇ ਖੜ੍ਹੇ ਰਹੇ ਜੀ, ਮੈਨੂੰ ਅਤੇ ਮੇਰੀ ਸਿਸਟਰ ਨੂੰ ਰੇਜ਼ ਕੀਤਾ। ਹੌਲੀ ਹੌਲੀ ਸਟੱਡੀ ਕੀਤੀ, ਸਕੂਲਿੰਗ ਕੀਤੀ, ਡਿਪਲੋਮਾ ਕੀਤਾ, ਗ੍ਰੈਜੂਏਸ਼ਨ ਕੀਤੀ। ਗ੍ਰੈਜੂਏਸ਼ਨ ਜਦੋਂ ਖਤਮ ਹੋ ਗਈ, ਫਿਰ ਪਤਾ ਨਹੀਂ ਸੀ ਕੀ ਕਰਨਾ ਜਾਂ ਕੀ ਨਹੀਂ ਕਰਨਾ। ਇੱਕ ਕੰਪਨੀ ਦੇ ਵਿੱਚ ਜੌਬ ਲੱਗੀ, ਲੇਕਿਨ ਉਹਨਾਂ ਦਾ ਅੱਜ ਤੱਕ ਕੋਈ ਕਾਲ ਜਾਂ ਸਿਲੈਕਸ਼ਨ ਹੋ ਗਈ, ਲੇਕਿਨ ਅੱਜ ਤੱਕ ਕੋਈ ਕਾਲ ਜਾਂ ਆਫਰ ਲੈਟਰ ਨਹੀਂ ਆਇਆ। ਵੇਟ ਕਰਦੇ ਰਹੇ, 2-3 ਮਹੀਨੇ ਨਿਕਲ ਗਏ। ਫਿਰ ਸੋਚਿਆ ਯਾਰ ਵੀ ਚਲੋ ਸਾਰੀ ਦੁਨੀਆ ਹੀ ਬੈਂਕਿੰਗ ਦੀ ਤਿਆਰੀ ਕਰ ਰਹੀ ਹੈ, SSC ਦੀ ਤਿਆਰੀ ਕਰ ਰਹੀ ਹੈ, ਅਤੇ ਅਸੀਂ ਵੀ ਉੱਧਰ ਨੂੰ ਤੁਰ ਗਏ, ਚੰਡੀਗੜ੍ਹ ਚਲੇ ਗਏ ਜੀ। 2014 ਦੀ ਗੱਲ ਹੈ। 4-6 ਮਹੀਨੇ ਲਗਾਏ ਉੱਥੇ, ਲੇਕਿਨ ਮਾਈਂਡ ਸਟੇਬਲ ਨਹੀਂ ਸੀਗਾ। ਵੀ ਸੋਚਿਆ ਨਹੀਂ ਸੀਗਾ ਵੀ ਯਾਰ ਕਿ ਬੈਂਕ ਦੀ ਨੌਕਰੀ ਜਾਂ ਕੋਈ ਇਹੋ ਜਿਹੀ ਨੌਕਰੀ ਕਰਨੀ, ਤਾਂ ਉਹ ਮੈਨੂੰ ਲੱਗਦਾ ਵੀ ਮੈਂ ਇੱਕ ਐਜ਼ ਅ ਬੈਂਕਰ ਜਾਂ ਕੋਈ SSC ਦੀ ਨੌਕਰੀ ਕਰਕੇ ਜਾਂ ਕੋਈ ਨੌਕਰੀ ਕਰਕੇ ਨਹੀਂ ਦੇ ਸਕਦਾ ਸੀ। ਤਾਂ ਮੈਂ ਉਦੋਂ ਡੈਡੀਕੇਟਡ ਨਹੀਂ ਸੀਗਾ। ਆਲਦੋ ਇੱਕ ਨੰਬਰ 'ਤੇ ਮੇਰਾ ਰਹਿ ਗਿਆ ਜੀ, ਕਿਤੇ ਨਾ ਕਿਤੇ ਮੈਂ ਅੰਦਰੋਂ ਐਂ ਸੀ ਵੀ ਚਲੋ ਠੀਕ ਹੈ, ਨਹੀਂ ਹੋਇਆ ਕੋਈ ਗੱਲ ਨਹੀਂ, ਕੁਛ ਨਾ ਕੁਛ ਹੋਰ ਵੱਡਾ ਲਿਖਿਆ, ਕੁਛ ਨਾ ਕੁਛ ਵਧੀਆ ਕਰਾਂਗੇ। ਫਿਰ ਕਿਸੇ ਇੱਕ ਛੋਟੇ ਜਿਹੇ ਇੰਸਟੀਚਿਊਟ ਦੇ ਵਿੱਚ ਲੋਕਲ ਹੀ ਜੌਬ ਕੀਤੀ। ਉੱਥੇ ਕਾਲਿੰਗ ਦੀ ਜੌਬ, ਟੈਲੀ ਕਾਲਿੰਗ ਦੀ ਜੌਬ, ਛੋਟੀ ਜੌਬ। ਉੱਥੇ ਸੈਲਰੀ ਬਹੁਤ ਘੱਟ ਸੀ, ਲੇਕਿਨ ਉਸ ਜੌਬ ਨੇ ਮੈਨੂੰ ਸਿਖਾਇਆ ਬਹੁਤ ਕੁਛ। ਫਿਰ ਹੌਲੀ ਹੌਲੀ 1-1.5 ਸਾਲ ਉੱਥੇ ਨੌਕਰੀ ਕੀਤੀ। ਫਿਰ ਮੈਨੂੰ ਕਿਸੇ ਨੇ ਕਿਹਾ ਵੀ ਨਾਲ ਦੇ ਕਿਸੇ ਇੰਸਟੀਚਿਊਟ ਦੇ ਵਿੱਚ ਵੀ ਇੰਗਲਿਸ਼ ਪੜ੍ਹਾਉਣੀ ਆ, ਉੱਥੇ ਵੀ ਕੋਚਿੰਗ ਇੰਸਟੀਚਿਊਟ ਹੈ, ਉੱਥੇ ਜਾ ਕੇ ਨਾ ਵੀ ਤੁਸੀਂ ਇੰਗਲਿਸ਼ ਪੜ੍ਹਾ ਦਿਓ, ਤੁਹਾਡੇ ਸਕਿੱਲਸ ਵਧੀਆ ਨੇ। ਮੈਂ ਕਿਹਾ ਵੀ ਮੈਨੂੰ ਤਾਂ ਤਿਆਰੀ ਛੱਡੇ ਨੂੰ ਵੀ ਬਹੁਤ ਟਾਈਮ ਹੋ ਗਿਆ, ਹੈ ਨਾ, ਤਿਆਰੀ ਛੱਡੇ ਨੂੰ ਵੀ ਬਹੁਤ ਟਾਈਮ ਹੋ ਗਿਆ। ਤਾਂ ਜਦੋਂ ਮੈਂ ਕਿਹਾ ਵੀ ਮੈਂ ਨਹੀਂ ਪੜ੍ਹਾ ਸਕਦਾ ਨਾ, ਵੀ ਮੇਰੇ ਤਾਂ ਸਾਰੇ ਸਕਿੱਲਸ ਖਤਮ ਹੋ ਗਏ, ਮੇਰੇ ਤਾਂ ਨੋਟਸ ਵੀ ਗੁੰਮ ਹੋ ਗਏ, ਮੇਰੇ ਕੋਲ ਕੁਛ ਨਹੀਂ। ਕਹਿੰਦਾ ਤੂੰ ਵਧੀਆ ਪੜ੍ਹਾ ਲੈਣਾ, ਵੀ ਮੈਂ ਤੇਰੇ ਨਾਲ ਪੜ੍ਹਿਆ, ਵੀ ਤੇਰੇ ਸਕਿੱਲਸ ਬਹੁਤ ਵਧੀਆ ਨੇ, ਤੇਰੇ ਨਾਲ ਤਿਆਰੀ ਕੀਤੀ, ਤੂੰ ਲੱਗ। ਉਹਨੇ ਫੋਰਸ ਕੀਤਾ। ਸੋ ਮੈਂ ਇੰਟਰਵਿਊ ਦੇਣ ਗਿਆ ਜੀ। ਪਹਿਲੇ ਵਾਰ 'ਚ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ। ਪਤਾ ਨਹੀਂ ਉਹਨਾਂ ਨੂੰ ਮੇਰੇ 'ਚ ਕੀ ਪਸੰਦ ਆਇਆ। ਆਲਦੋ ਮੇਰੇ ਤੋਂ ਪਹਿਲਾਂ ਕੋਈ ਹੋਰ ਸਿਲੈਕਟਡ ਸੀਗਾ, ਲੇਕਿਨ ਉਹਨੂੰ ਛੱਡ ਕੇ ਮੈਨੂੰ ਸਿਲੈਕਟ ਕੀਤਾ। ਜਦੋਂ ਮੈਂ ਉੱਥੇ ਪੜ੍ਹਾਉਣਾ ਸ਼ੁਰੂ ਕੀਤਾ ਨਾ, ਪਹਿਲੇ ਹਫਤੇ ਦੇ ਵਿੱਚ ਮੈਨੂੰ ਇਹ ਚੀਜ਼ ਰਿਅਲਾਈਜ਼ ਹੋ ਗਈ ਯਾਰ, ਸੈਲਰੀ ਈਵਨ ਕਿ ਪੁਰਾਣੇ ਇੰਸਟੀਚਿਊਟ ਤੋਂ ਵੀ ਘੱਟ ਸੀ। ਕਹਿੰਦੇ ਕਿਉਂਕਿ ਤੁਸੀਂ ਉੱਥੇ ਮੈਨੇਜਿੰਗ ਕੀਤੀ, ਔਰ ਤੁਸੀਂ ਪੜ੍ਹਾਉਣ ਆ ਰਹੇ ਹੋ, ਪੜ੍ਹਾਉਣ ਲਈ ਤੁਸੀਂ ਫਰੈਸ਼ਰ ਹੋ। ਮੈਂ ਕਿਹਾ ਕੋਈ ਦਿੱਕਤ ਨਹੀਂ, ਚਲੋ ਸ਼ੁਰੂ ਕਰਦੇ ਹਾਂ ਆਪਾਂ। ਫਿਰ ਮੈਂ ਘੱਟ ਸੈਲਰੀ ਤੋਂ ਜੋ ਸ਼ੁਰੂ ਕੀਤੀ, ਪਹਿਲੇ ਹਫਤੇ ਦੇ ਵਿੱਚ ਮੈਨੂੰ ਇਹ ਚੀਜ਼ ਰਿਅਲਾਈਜ਼ ਹੋ ਗਈ ਯਾਰ ਕਿ ਆਈ ਐਮ ਮੈਂਟ ਫॉर ਦਿਸ। ਅੰਦਰੋਂ ਨਜ਼ਾਰਾ ਆਉਣ ਲੱਗ ਗਿਆ ਪੜ੍ਹਾ ਕੇ, ਹੈ ਨਾ। ਮੈਂ ਪੈਸੇ ਦੇਖਣੇ ਛੱਡਤੇ, ਵੀ ਵੱਧ ਮਿਲ ਰਹੇ, ਘੱਟ ਮਿਲ ਰਹੇ, ਕੋਈ ਚੱਕਰ ਨਹੀਂ, ਲੇਕਿਨ ਮੈਨੂੰ ਨਜ਼ਾਰਾ ਆਉਣ ਲੱਗ ਗਿਆ। ਮੈਨੂੰ ਜਦੋਂ ਰਿਕਰੂਟ ਕੀਤਾ ਸੀ ਨਾ, ਮੈਨੂੰ ਉਹਨੂੰ ਕਿਹਾ ਵੀ ਇੰਗਲਿਸ਼ ਪੜ੍ਹਾਉਣ ਦਾ ਮਤਲਬ ਕੀ ਹੈ, ਪਾਗਲ ਬਣਾਉਣਾ, ਤੁਸੀਂ ਇੰਟਰਟੇਨ ਕਰਨਾ, ਜਿਵੇਂ ਜੋਕਰ ਇੰਟਰਟੇਨ ਕਰਦਾ, ਕਿਉਂਕਿ ਲੈਂਗੁਏਜ ਕਦੇ ਪੜ੍ਹਾਈ ਨਹੀਂ ਜਾ ਸਕਦੀ। ਇਹ ਤਾਂ ਰੂਲਸ ਦੱਸਣੇ ਨੇ, ਐਂ ਕਰਨਾ, ਗੱਲ ਖਤਮ। ਫਿਰ ਮੈਂ ਕਿਹਾ ਨਹੀਂ ਸੋਚਿਆ, ਮੈਂ ਸੋਚਿਆ ਵੀ ਆਪਾਂ ਇਹ ਆਈਡੀਓਲੋਜੀ ਨੂੰ ਚੇਂਜ ਕਰੂੰਗਾ, ਮੈਂ ਬਦਲਾਵ ਲੈ ਕੇ ਆਊਂਗਾ। ਫਿਰ ਹੌਲੀ ਹੌਲੀ ਜਦੋਂ ਮੈਂ ਰਿਸਰਚ ਕਰਨੀ ਸ਼ੁਰੂ ਕੀਤੀ, ਮੈਂ ਆਕਸਫੋਰਡ ਦੀਆਂ ਕਿਤਾਬਾਂ, ਕੈਂਬਰਿਜ ਦੀਆਂ ਕਿਤਾਬਾਂ, ਫਿਰ ਮੈਂ ਦੇਖਿਆ ਵੀ ਦਿੱਲੀ ਮੁਖਰਜੀ ਨਗਰ ਦੇ ਵਿੱਚ, ਹੈ ਨਾ, ਉੱਥੇ GTB ਨਗਰ ਦੇ ਵਿੱਚ ਟੀਚਰ, ਵੱਡੇ ਟੀਚਰ ਪੜ੍ਹਾਉਂਦੇ ਨੇ, ਉੱਥੇ ਲੱਖਾਂ ਜਵਾਕ ਅੱਗੇ ਪੜ੍ਹਦਾ, ਵੀ ਇਹੋ ਜਿਹਾ ਉਹ ਕੀ ਪੜ੍ਹਾਉਂਦੇ ਨੇ ਜਿਹੜਾ ਮੈਂ ਨਹੀਂ ਪੜ੍ਹਾ ਸਕਦਾ। ਮੈਂ ਕੀ ਕਰਦਾ ਸੀ ਜੀ, ਸ਼ਨੀਵਾਰ ਨੂੰ ਰਾਤ ਨੂੰ ਦਿੱਲੀ ਵਗ ਜਾਂਦਾ ਸੀ। ਉੱਥੇ ਜਾ ਕੇ ਟੀਚਰ ਦੀ ਇੱਕ ਡੈਮੋ ਕਲਾਸ ਲਗਾਉਣ ਦੇ ਲਈ 200 300 ਕਿਲੋਮੀਟਰ ਆਉਣ ਜਾਣ ਦਾ ਸਫ਼ਰ, 10 ਘੰਟੇ ਸਫ਼ਰ, ਉੱਥੇ ਜਾ ਕੇ ਰਹਿਣਾ, ਖਾਣਾ ਪੀਣਾ, ਸਾਰਾ ਕੁਛ। ਮਤਲਬ ਜਿੰਨੀ ਮੇਰੀ ਸੈਲਰੀ ਸੀ, ਉਹ ਸੈਲਰੀ ਮੇਰੀ ਸਾਰੀ ਉੱਥੇ ਹੀ ਲੱਗ ਰਹੀ ਸੀ। ਫਿਰ ਜਦੋਂ ਮੈਂ ਇੰਨੀ ਮਿਹਨਤ ਕੀਤੀ, ਮੇਰਾ ਬੇਸ ਬਣ ਗਿਆ ਜੀ ਲੈਂਗੁਏਜ ਦੇ ਵਿੱਚ। ਜਦੋਂ ਬੇਸ ਬਣ ਗਿਆ, ਫਿਰ ਭੁੱਖ ਵੱਧ ਗਈ। ਮੈਂ ਇੰਸਟੀਟਿਊਟ ਵਾਲਿਆਂ ਨੂੰ ਐਂ ਕਦੇ ਨਹੀਂ ਕਿਹਾ ਵੀ ਮੇਰੇ ਸੈਲਰੀ ਵਧਾਓ, ਨਹੀਂ, ਮੈਨੂੰ ਪੈਸੇ ਨਾਲ ਮੋਤੀ ਨਹੀਂ ਸੀ। ਮੈਂ ਕਿਹਾ ਮੈਨੂੰ ਸਟੇਜ ਵੱਡੀ ਚਾਹੀਦੀ ਹੈ, ਵੀ ਥੋੜਾ ਚੰਡੀਗੜ੍ਹ ਸੈਂਟਰ ਹੈ, ਮੈਨੂੰ ਚੰਡੀਗੜ੍ਹ ਭੇਜੋ। ਮੈਨੂੰ ਉੱਥੇ ਮਤਲਬ ਲਾਰੇ ਲੱਗੇ ਵੀ ਹਾਂ ਵੀ ਭੇਜ ਦਾਂਗੇ, ਹੁਣ ਭੇਜ ਦਾਂਗੇ, 2 ਮਹੀਨੇ ਬਾਅਦ ਭੇਜ ਦਾਂਗੇ, ਲੇਕਿਨ ਲਾਰੇ ਲਾਈ ਗਏ ਜੀ।
ਫਿਰ ਅੰਦਰ ਭੁੱਖ ਸੀ, ਮੈਂ ਕਿਹਾ ਮੈਨੂੰ ਸਟੇਜ ਵੱਡੀ ਚਾਹੀਦੀ ਹੈ, ਮੇਰਾ ਲੈਵਲ ਵੱਡਾ ਹੋ ਗਿਆ, ਮੈਨੂੰ ਸਾਹਮਣੇ ਹੋਰ ਸਮਝਦਾਰ ਸਟੂਡੈਂਟ ਚਾਹੀਦਾ ਜੋ ਮੈਨੂੰ ਸਮਝ ਸਕੇ, ਹੈ ਨਾ। ਫਿਰ ਕਰਦੇ ਕਰਾਉਂਦੇ ਮੈਨੂੰ ਮੇਰੇ ਦੋਸਤ ਨੇ ਕਿਹਾ ਵੀ ਯਾਰ ਤੂੰ ਕੀ ਉੱਥੇ 10-20 ਹਜ਼ਾਰ ਪਿੱਛੇ ਮਰੀ ਜਾਂਦਾ, ਤੂੰ ਦਿੱਲੀ ਜਾ ਕੇ ਪੜ੍ਹਾ, ਤੂੰ ਲੱਖਾਂ ਦਾ ਬੰਦਾ। ਮੈਂ ਕਿਹਾ ਉੱਥੇ ਤਾਂ ਐਡੇ ਵੱਡੇ ਟੀਚਰ ਨੇ ਯਾਰ, ਉਹਨਾਂ ਨਾਲ ਮੇਰਾ ਕਿੱਥੋਂ ਮੁਕਾਬਲਾ, ਵੱਡੇ ਬੋਰਡ ਲਾਦੇ ਨੇ, ਮੈਂ ਛੋਟੇ ਜਿਹੇ ਸੰਗਰੂਰ ਧੂਰੀ 'ਚ ਰਹਿਣਾ ਜੀ, ਕਿੱਥੋਂ ਮੈਂ ਮੁਕਾਬਲਾ ਕਰ ਲੂੰ। ਨਹੀਂ, ਕਹਿੰਦਾ ਤੂੰ ਜਾ ਉੱਥੇ। ਮੈਂ ਉੱਥੇ ਗਿਆ ਜੀ, ਉੱਥੇ ਜਾ ਕੇ ਮੈਂ ਜਿੰਨੇ ਵੀ ਇੰਸਟੀਟਿਊਟਸ ਦੇ ਵਿੱਚ, ਵੱਡੇ ਇੰਸਟੀਟਿਊਟ, ਨਾਮੀ ਇੰਸਟੀਟਿਊਟਸ, ਮੈਂ ਉੱਥੇ ਇੰਟਰਵਿਊ ਦਿੱਤਾ, ਸਭ ਦੇ ਵਿੱਚ ਮੈਂ ਸਿਲੈਕਟ ਹੋ ਗਿਆ। ਤਾਂ ਮੈਨੂੰ ਖੁਦ ਨੂੰ ਇੱਕ ਅਚੀਵਮੈਂਟ ਫੀਲ ਹੋਈ। ਮੈਂ ਜਾਵਾਂ ਨਾ ਜਾਵਾਂ, ਕਰਾਂ ਨਾ ਕਰਾਂ, ਪੈਸੇ ਕਮਾਵਾਂ ਨਾ ਕਮਾਵਾਂ, ਅਲੱਗ ਗੱਲ ਹੈ, ਲੇਕਿਨ ਮੈਨੂੰ ਪਤਾ ਲੱਗ ਗਿਆ ਵੀ ਮੇਰੀ ਔਕਾਤ ਕਿੱਥੇ ਹੈ, ਵੀ ਮੈਂ ਕਿੱਥੇ ਲਾਈ ਕਰਦਾ। ਬੰਦੇ ਨੂੰ ਆਪਣੀ ਔਕਾਤ ਪਤਾ ਲੱਗਣੀ ਜ਼ਰੂਰੀ ਹੈ, ਜੋ ਉਹਦੇ ਲਈ ਟੈਸਟ ਦੇਣੇ ਜ਼ਰੂਰੀ ਨੇ। ਉੱਥੇ ਜਦੋਂ ਮੈਂ ਸਿਲੈਕਟ ਹੋ ਗਿਆ, ਫਿਰ ਹੌਲੀ ਹੌਲੀ ਮੈਂ ਮਈ 2018 ਦੇ ਵਿੱਚ ਮੈਂ ਦਿੱਲੀ ਚਲਾ ਗਿਆ ਜੀ। ਜਿੰਨੀ ਸੈਲਰੀ ਮੇਰੇ ਪਿੰਡ ਸ਼ਹਿਰ ਧੂਰੀ ਸੀ, ਸੰਗਰੂਰ ਦੇ ਵਿੱਚ ਹੀ, ਉਦੋਂ 5, 6, 7, 8, 10 ਗੁਣਾ ਤੱਕ ਸੈਲਰੀ ਮੈਨੂੰ ਉੱਥੇ ਮਿਲੀ ਜੀ। ਜਿਹੜੇ ਇਨਸਾਨ ਨੇ ਜ਼ਿੰਦਗੀ 'ਚ ਕਦੇ ਪੈਸਾ ਨਹੀਂ ਦੇਖਿਆ ਸੀ, ਉਹਦੀ ਫੈਮਿਲੀ ਨੇ ਕਦੇ ਪੈਸਾ ਨਹੀਂ ਦੇਖਿਆ ਸੀ, ਉਸ ਇਨਸਾਨ ਨੂੰ 1.5 ਤੋਂ 2 ਲੱਖ ਰੁਪਇਆ, 2.5 ਲੱਖ ਰੁਪਇਆ ਸੈਲਰੀ ਮਿਲਣ ਲੱਗ ਜਾਏ ਜੀ। ਮੈਂ ਲੇਕਿਨ ਉਸ ਚੀਜ਼ ਦਾ ਕਦੇ ਮੁੱਲ ਨਹੀਂ ਪਾਇਆ। ਮੈਂ ਕਦੇ ਪੈਸਾ ਸੇਵ ਨਹੀਂ ਕੀਤਾ। ਮਹਿੰਗੀਆਂ ਘੜੀਆਂ, ਮਹਿੰਗੇ ਕੱਪੜੇ, ਮਹਿੰਗੇ ਜੁੱਤੇ, ਮਹਿੰਗੇ ਸ਼ੌਂਕ, ਮਹਿੰਗੇ ਫੋਨ, ਡੇਲੀ ਦੇ ਖਰਚੇ, ਮੌਲਾਂ ਦੇ ਵਿੱਚ ਜਾ ਕੇ ਘੁੰਮਣਾ, ਕਦੇ ਸੇਵਿੰਗ ਨਹੀਂ ਕੀਤੀ, ਹੈ ਨਾ। ਕਦੇ ਇਸ ਚੀਜ਼ ਨੂੰ ਸਮਝਿਆ ਨਹੀਂ ਵੀ ਹੁਣ ਅੱਗੇ ਘਰ ਵੀ ਬਣਾਉਣਾ ਪਊਗਾ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਕਬੀਲਦਾਰੀ ਨਹੀਂ ਕਦੇ ਸਮਝੀ। ਬੇਸਿਕਲੀ ਉਰੇ ਤੱਕ ਮੈਂ ਸਮਝ ਨਹੀਂ ਪਾਇਆ, ਕਿਉਂਕਿ ਪੈਸਾ, ਅਗਰ ਜਿਸ ਇਨਸਾਨ ਨੇ ਕਦੇ ਪੈਸਾ ਨਹੀਂ ਦੇਖਿਆ, ਉਹਨੂੰ ਤੁਸੀਂ ਪੈਸਾ ਦਾ ਕਹੋਗੇ, ਪਹਿਲੇ ਤਾਂ ਆਪਣੀ ਸ਼ੌਂਕ ਪੂਰੇ ਕਰੂਗਾ ਜੀ। ਮੈਂ ਸ਼ੌਂਕ ਪਿੱਛੇ ਲੱਗ ਗਿਆ ਜੀ। ਫਿਰ ਜਦੋਂ ਬਈ ਕੋਈ ਸੇਵਿੰਗ ਨਹੀਂ ਕੀਤੀ, 2-3 ਸਾਲ ਉੱਥੇ ਕੰਮ ਕੀਤਾ, ਜਿੰਨੇ ਪੈਸੇ ਮਿਲਦੇ ਸੀ ਉਨੇ ਹੀ ਖਰਚਦੇ ਜੀ। ਉਦੋਂ ਬਾਅਦ 'ਚ ਮਾਰਚ 2020 ਦੇ ਵਿੱਚ ਵਾਪਸ ਆਇਆ ਸੀ ਹੋਲੀ ਤੇ ਧੂਰੀ, ਤੇ ਅਨਾਊਂਸਮੈਂਟ ਹੋ ਗਈ ਕਿ ਕਰੋਨਾ ਲੱਗ ਗਿਆ, ਲੋਕਡਾਊਨ ਹੋ ਗਿਆ ਜੀ। ਸਾਰਾ ਸਮਾਨ ਉੱਥੇ ਹੀ ਪਿਆ, ਫਲੈਟ ਦੇ ਵਿੱਚ ਸਾਰਾ ਚੀਜ਼ਾਂ ਉੱਥੇ ਹੀ ਪਈਆਂ ਨੇ। ਮੈਂ ਜਸਟ ਘਰੇ ਆਇਆ ਸੀ ਇੱਕ ਬੈਕਪੈਕ ਲੈ ਕੇ, ਉੱਥੇ ਵਾਪਸ ਨਹੀਂ ਜਾ ਸਕਿਆ। ਫਿਰ ਮਾਰਚ ਦੇ ਵਿੱਚ ਉਸ ਟਾਈਮ 'ਤੇ ਜ਼ਿੰਦਗੀ ਦੇ ਵਿੱਚ ਉਸ ਪੁਆਇੰਟ 'ਤੇ ਮੈਨੂੰ ਰਿਅਲਾਈਜ਼ ਹੋਇਆ ਯਾਰ ਵੀ ਹੁਣ ਕੀ, ਨੌਕਰੀ ਜਿੱਡੀ ਮਰਜ਼ੀ ਵੱਡੀ ਹੋਵੇ ਪ੍ਰਾਈਵੇਟ, ਲੇਕਿਨ ਜਦੋਂ ਤੱਕ ਤੁਸੀਂ ਉੱਥੇ ਨੌਕਰੀ ਦਾ ਆਫਿਸ ਕੰਮ ਕਰਨ ਜਾਓਗੇ ਉਦੋਂ ਹੀ ਪੈਸਾ ਮਿਲੂਗਾ, ਅਦਰਵਾਈਜ਼ ਕੋਈ ਪੈਸਾ ਨਹੀਂ ਮਿਲੂਗਾ। ਉਸ ਪੁਆਇੰਟ 'ਤੇ ਮੈਨੂੰ ਮੇਰੀ ਜ਼ਿੰਦਗੀ 'ਚ ਰਿਅਲਾਈਜ਼ ਹੋਇਆ ਯਾਰ ਵੀ ਮੈਂ ਕਬੀਲਦਾਰ ਹੋ ਗਿਆ ਹੁਣ, ਵੀ ਯਾਰ ਹੁਣ ਘਰ ਕਿਵੇਂ ਚੱਲੂਗਾ। ਫਿਰ ਜ਼ੀਰੋ 'ਤੇ ਆ ਗਏ ਜੀ, ਫਿਰ ਜ਼ੀਰੋ ਤੋਂ ਹੁਣ ਕਰਨਾ ਕੀ ਹੈ ਅੱਗੇ। ਫਿਰ ਸੋਚਿਆ ਵੀ ਯਾਰ ਹਾਂ ਵੀ ਹੁਣ ਆਪਾਂ ਹੌਲੀ ਵੀ ਕੁਛ ਨਾ ਕੁਛ ਤਾਂ ਕਰਨਾ ਹੀ ਹੈ ਜ਼ਿੰਦਗੀ 'ਚ, ਹੁਣ ਭੁੱਖੇ ਤਾਂ ਮਰਨਾ ਨਹੀਂ ਹੈ, ਕੀ ਪੋਸੀਬਿਲਿਟੀ ਹੈ। ਤਾਂ ਉਦੋਂ ਮੈਂ ਸੋਚਿਆ ਯਾਰ ਵੀ ਹੁਣ ਆਪਾਂ ਸਟੂਡੈਂਟਸ ਨੂੰ ਆਨਲਾਈਨ ਪੜ੍ਹਾਉਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਫਿਰ ਹੌਲੀ ਆਨਲਾਈਨ ਪੜ੍ਹਾਉਣ ਵਾਸਤੇ ਲੋਕਡਾਊਨ ਲੱਗ ਗਿਆ ਜੀ, ਕੰਪਲੀਟ ਲੋਕਡਾਊਨ ਹੈ। ਫਿਰ ਦੇਖਿਆ ਵੀ ਆਹ ਵੀ ਚੀਜ਼ ਦੀ ਲੋੜ ਪਊਗੀ, ਆਹ ਵੀ ਚੀਜ਼ ਦੀ ਲੋੜ ਪਊਗੀ, ਟਰਾਈਪੌਡ ਦੀ ਲੋੜ ਪਊਗੀ, ਮਾਈਕ ਦੀ ਲੋੜ ਪਊਗੀ, ਕੈਮਰੇ ਦੀ ਲੋੜ ਪਊਗੀ, ਕਿੱਦਾਂ ਵੀਡੀਓ ਨੂੰ ਸ਼ੂਟ ਕਰਨਾ, ਕੁਛ ਵੀ ਨਹੀਂ ਆਉਂਦਾ ਸੀ। ਇੱਕ ਲੈਪਟਾਪ ਸਿਸਟਮ ਜੋ ਵੀ ਇੱਕ ਸਟੂਡੀਓ ਦੇ ਵਿੱਚ ਚਾਹੀਦਾ, ਉਹ ਸਾਰੀਆਂ ਚੀਜ਼ਾਂ ਹੌਲੀ ਅਰੇਂਜ ਕੀਤੀਆਂ। ਉਸ ਟਾਈਮ 'ਤੇ ਲੋਕਡਾਊਨ ਸੀ, ਕੰਪਲੀਟ ਲੋਕਡਾਊਨ ਸੀ, ਕਿਤੇ ਵੀ ਕੁਛ ਨਹੀਂ ਮਿਲਦਾ ਸੀ, ਸਾਰਾ ਬਾਜ਼ਾਰ ਬੰਦ ਸੀ, ਆਨਲਾਈਨ ਫੈਸਿਲਿਟੀ ਨਹੀਂ ਹੈਗੀ ਸੀ ਤੁਹਾਡੇ ਘਰੇ ਡਿਲੀਵਰੀ ਹੋ ਜੂਗੀ। ਤਾਂ ਉਹ ਚੀਜ਼ਾਂ ਨੂੰ ਅਰੇਂਜ ਕਰਨ ਲਈ ਵੀ ਬਹੁਤ ਜ਼ਿਆਦਾ ਧੱਕੇ ਖਾਦੇ ਜੀ, ਬਹੁਤ ਜ਼ਿਆਦਾ। ਤਾਂ ਮਾਈਕ ਨਹੀਂ ਮਿਲ ਰਿਹਾ ਸੀ, ਤਾਂ ਮਾਈਕ ਕਿਸੇ ਨੇ ਕਿਹਾ ਵੀ ਇੰਨੀ ਦੂਰ ਜਾ ਕੇ ਬਈ ਉਸ ਲੌਂਗੋਵਾਲ ਤੋਂ ਤੁਹਾਨੂੰ ਮਾਈਕ ਮਿਲੂਗਾ, ਤਾਂ ਬਿਨਾਂ ਸੋਚੇ ਸਮਝੇ ਵੀ ਹਾਂ ਵੀ ਨਾਕਾ ਲੱਗਿਆ, ਨਹੀਂ ਲੱਗਿਆ ਪਤਾ ਨਹੀਂ, ਸੋਚਿਆ ਨਹੀਂ ਸੀਗਾ, ਲੇਕਿਨ ਐ ਵੀ ਪਤਾ ਵੀ ਹਾਂ ਵੀ ਜਿਹੜੀ ਚੀਜ਼ ਕਰਨੀ ਹੈ ਤਾਂ ਕਰਨੀ ਹੈ। ਉੱਥੋਂ ਜਾ ਕੇ ਮਾਈਕ ਲੈ ਕੇ ਆਇਆ। ਫਿਰ ਕਿਸੇ ਨੇ ਕਿਹਾ ਵੀ ਤੁਹਾਨੂੰ ਬਈ ਕੈਮਰਾ ਉਰੋਂ ਮਿਲ ਸਕਦਾ ਹੈ, ਟਰਾਈਪੌਡ ਉੱਥੋਂ ਮਿਲ ਸਕਦਾ ਹੈ। ਤਾਂ ਉੱਥੋਂ ਜਿਵੇਂ ਮੈਨੂੰ ਕੋਈ ਰਾਹ ਦਿੰਦਾ ਗਿਆ, ਮੈਂ ਉਵੇਂ ਕਰਦਾ ਗਿਆ। ਨਾ ਕੋਈ ਫਾਈਨੈਂਸ਼ੀਅਲ ਕੰਡੀਸ਼ਨ ਵਾਲੀ ਚੰਗੀ ਹੈ, ਪੈਸੇ ਕੋਈ ਸੇਵ ਨਹੀਂ ਕੀਤੇ ਸੀਗੇ ਜੀ। ਤਾਂ ਹੁਣ ਕੀ ਕੀਤਾ ਫਿਰ? ਪਹਿਲਾਂ ਸੋਚਿਆ ਕਿ ਚਾਹੀਦਾ ਕੀ ਕੁਛ ਹੈ, ਲਿਸਟ ਬਣਾਈ। ਫਿਰ ਜਦੋਂ ਸਭ ਤੋਂ ਪਹਿਲਾਂ ਸੋਚਿਆ ਵੀ ਇੱਕ ਫੋਨ ਦੇ ਨਾਲ ਚਲੋ ਕੈਮਰੇ ਨਾਲ ਵੀਡੀਓ ਸ਼ੂਟ ਕਰ ਲਾਂਗੇ, ਲੇਕਿਨ ਮਾਈਕ ਚਾਹੀਦਾ ਜੀ। ਉਸ ਟਾਈਮ 'ਤੇ ਲੋਕਡਾਊਨ ਸੀ, ਕੰਪਲੀਟ ਲੋਕਡਾਊਨ ਸੀ, ਆਨਲਾਈਨ ਤੋਂ ਕੋਈ ਡਿਲੀਵਰੀ ਨਹੀਂ ਹੋ ਰਹੀ ਸੀ। ਤਾਂ ਮਾਈਕ ਲੱਭਣ ਦੇ ਵਿੱਚ ਘੱਟੋ ਘੱਟ 15-20 ਦਿਨ ਲੱਗੇ ਜੀ। ਸੋਚਿਆ ਵੀ ਕਿੱਥੋਂ ਮਿਲ ਸਕਦਾ, ਕਿੱਥੋਂ ਨਹੀਂ ਮਿਲ ਸਕਦਾ। ਫਿਰ ਦੁਕਾਨਦਾਰਾਂ ਤੋਂ ਪੁੱਛਿਆ ਵੀ ਹਾਂ ਵੀ ਤੁਹਾਡੇ ਕੋਲ ਅਵੇਲੇਬਲ ਹੈਗਾ, ਨਹੀਂ ਹੈਗਾ, ਸਾਰੇ ਦੁਕਾਨਦਾਰਾਂ ਦੀ ਦੁਕਾਨ ਬੰਦ। ਤਾਂ ਛੋਟੀਆਂ ਚੀਜ਼ਾਂ ਬਹੁਤ ਔਖੀਆਂ ਮਿਲੀਆਂ ਜੀ। ਤਾਂ ਸਟਾਰਟ ਬਹੁਤ ਔਖਾ ਹੋਇਆ, ਕਿਵੇਂ ਨਾ ਕਿਵੇਂ ਕਰਕੇ ਟਰਾਈਪੌਡ, ਮਾਈਕ, ਕੈਮਰਾ ਕਰਾ ਕੇ ਐਡਜਸਟ ਕੀਤਾ। ਫਿਰ ਇੱਕ ਸਿਸਟਮ ਬਿਲਡ ਕਰਨਾ ਸੀ। ਸਿਸਟਮ ਬਿਲਡ ਕਰਨ ਲਈ ਕੋਈ ਖਾਸ ਪੈਸੇ ਨਹੀਂ ਸੀ। ਦੋਸਤ ਨੂੰ ਕਿਹਾ ਬਈ ਵੀ ਤੂੰ ਉਧਾਰੇ ਦੇ ਕਿਵੇਂ ਨਾ ਕਿਵੇਂ ਕਰਕੇ, ਵੀ ਤੇਰੇ ਤੋਂ ਇੱਕ ਵਾਰ ਬਿਲਡ ਕਰਵਾ ਦੇ, ਉਸ ਤੋਂ ਬਾਅਦ ਹੌਲੀ ਪੈਸੇ ਕਰਜ਼ਾ ਉਤਾਰਾਂਗੇ। ਐਵੇਂ ਕਰਕੇ ਵੀਡੀਓਜ਼ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ। ਤੇ ਐਵੇਂ ਹੀ ਕਰਦੇ ਅਕਤੂਬਰ ਤੱਕ ਪਹੁੰਚ ਗਏ। ਜਦੋਂ ਅਕਤੂਬਰ ਤੱਕ ਪਹੁੰਚੇ, ਤੁਸੀਂ ਇਹ ਮੰਨੋਗੇ ਵੀ ਉਦੋਂ ਤੱਕ ਕੁਝ ਵੀ ਨਹੀਂ ਸੀ। ਜਿੰਨੀ ਵੀ ਇਨਵੈਸਟਮੈਂਟ ਉੱਥੋਂ ਸੇਵ ਮਾੜੀ ਮੋਟੀ ਕੀਤੀ ਹੋਈ ਸੀ, ਤੁਹਾਨੂੰ ਪਹਿਲਾਂ ਹੀ ਦੱਸਿਆ ਸੇਵਿੰਗ ਤਾਂ ਕੁਛ ਹੈ ਨਹੀਂ ਸੀ, ਤਾਂ ਸਾਰੀ ਇਨਵੈਸਟਮੈਂਟ ਆਲਰੇਡੀ ਸਪੈਂਡ ਹੋ ਚੁੱਕੀ ਸੀ। ਤਾਂ ਇਸ ਕਰਕੇ ਪੈਸਾ ਚਾਹੀਦਾ ਸੀਗਾ। ਫਿਰ ਸੋਚਿਆ ਵੀ ਅੱਗੇ ਡਿਜੀਟਲ ਬੋਰਡ ਲੈਣਾ ਹੈ, ਵੱਡਾ ਮਾਈਕ ਲੈਣਾ ਹੈ, ਵੱਡਾ ਕੈਮਰਾ ਲੈਣਾ ਹੈ, ਤਾਂ ਉਸ ਕਰਕੇ ਪੈਸੇ ਦੀ ਲੋੜ ਸੀਗੀ ਤੇ ਇੱਕ ਸਿਸਟਮ ਵੀ ਚਾਹੀਦਾ ਸੀ। ਫਿਰ ਉਸ ਟਾਈਮ 'ਤੇ ਲੋਨ ਲਿੱਤਾ ਜੀ, ਕਿਉਂਕਿ ਕਰਨਾ ਸੀ। ਆਪਣੀ ਐਬਿਲਿਟੀ 'ਤੇ ਸ਼ੱਕ ਨਹੀਂ ਸੀਗਾ ਵੀ ਹਾਂ ਵੀ ਇਹ ਚੀਜ਼ ਮੈਨੂੰ ਅੱਗੇ ਲੈ ਕੇ ਜਾਊਗੀ, ਜਾਂ ਫਿਰ ਆਪਾਂ ਸਟੂਡੈਂਟਸ ਨੂੰ ਜਿਹੜੀ ਹੈਗੀ ਹੈ ਲੈਂਗੁਏਜ ਸਿਖਾਉਣੀ ਹੈ। ਤਾਂ ਉਸ ਕਰਕੇ ਜੋ ਵੀ ਮੈਨੂੰ ਸਟੈਪਸ ਲੈਣੇ ਪਏ, ਜੋ ਵੀ ਪੋਸੀਬਿਲਿਟੀਜ਼ ਹੋਈਆਂ, ਮੈਂ ਐਕਸਪਲੋਰ ਕੀਤੀਆਂ। ਲੋਨ ਲਿੱਤਾ ਜੀ ਤੇ ਕੰਮ ਸ਼ੁਰੂ ਕੀਤਾ। ਹੌਲੀ ਚੱਲਦੇ ਫਿਰ ਸਟੂਡੈਂਟਸ ਜਦੋਂ ਜੁੜਦੇ ਗਏ, ਤਾਂ ਸਟੂਡੈਂਟਸ ਨੂੰ ਇਹ ਚੀਜ਼ ਸਮਝ ਆਈ ਕਿ ਹਾਂ ਲੈਂਗੁਏਜ ਜ਼ਰੂਰੀ ਨਹੀਂ ਹੈ ਕਿ ਯਾਦ ਹੀ ਕਰਨੀ ਹੈ, ਲੈਂਗੁਏਜ ਸਿੱਖੀ ਵੀ ਜਾ ਸਕਦੀ ਹੈ। ਜਦੋਂ ਸਟੂਡੈਂਟਸ ਨੂੰ ਇਹ ਚੀਜ਼ ਸਮਝ ਆਈ ਤਾਂ ਸਟੂਡੈਂਟਸ ਜੁੜਦਾ ਗਿਆ। ਤਾਂ
ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੁੰਦੀ ਹੈ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਕੀ ਛੱਡਣਾ ਹੈ ਰਾਦਰ ਦੈਨ ਕੀ ਪੜ੍ਹਨਾ। ਅੱਜ ਦੇ ਟਾਈਮ 'ਚ ਤਾਂ ਇਨਫੋਰਮੇਸ਼ਨ ਤੇ ਇੰਨਾ ਜ਼ਿਆਦਾ ਐਕਸੈਸ ਹੈ ਜੀ ਕਿ ਇਹ ਨਹੀਂ ਪਤਾ ਵੀ ਹੁਣ ਕੀ ਪੜ੍ਹਨਾ ਕੀ ਨਹੀਂ ਪੜ੍ਹਨਾ। ਫ੍ਰੀ ਨੋਟਸ, ਫ੍ਰੀ PDFs, ਫ੍ਰੀ YouTube ਵੀਡੀਓਜ਼ ਤਾਂ ਸਟੂਡੈਂਟਸ ਕੋਲ ਭਰਮਾਰ ਹੈ ਜੀ, ਲੇਕਿਨ ਪਤਾ ਨਹੀਂ ਕੀ ਪੜ੍ਹਨਾ ਕੀ ਛੱਡਣਾ। ਤਾਂ ਇਸ ਕਰਕੇ ਉਸ ਟਾਈਮ ਤੇ ਨਾ ਇੱਕ ਮਾਈਂਡ 'ਚ ਥਾਟ ਆਇਆ ਕਿ ਸਟੂਡੈਂਟ ਨੂੰ ਰੈਲੇਵੈਂਟ ਕੰਟੈਂਟ ਪ੍ਰੋਵਾਈਡ ਕਰਨਾ ਹੈ। ਇੱਕ ਰੈਲੇਵੈਂਟ ਬੁੱਕ ਦੀ ਫਾਰਮ 'ਚ ਕੋਸ਼ਿਸ਼ ਕੀਤੀ ਕਿ ਇੰਪੋਰਟੈਂਟ MCQs ਦੀ ਬੁੱਕ ਬਣਾ ਕੇ ਦਿੱਤੀ ਸਟੂਡੈਂਟਸ ਨੂੰ। ਉਹ ਬੁੱਕ ਤੁਸੀਂ ਮੰਨੋਗੇ ਨਹੀਂ, ਪੈਸੇ ਤਾਂ ਨਹੀਂ ਸੀ, ਪਬਲਿਸ਼ਰ ਕੋਲ ਕਿਹਦੇ ਕੋਲ ਜਾਂਦੇ, ਕਿਹੜੀ ਪ੍ਰੈਸ ਕੋਲ ਜਾਂਦੇ, ਤਾਂ ਆਈਡੀਆ ਸੀ, ਆਈਡੀਆ ਨੂੰ ਐਗਜ਼ੀਕਿਊਟ ਕਰਨਾ ਸੀ। ਕਹਿੰਦੇ ਜੋ ਤੁਸੀਂ ਆਈਡੀਆ ਨੂੰ ਐਗਜ਼ੀਕਿਊਟ ਕਰਨਾ ਤਾਂ ਪੈਸਾ ਨਹੀਂ, ਵਿਲ ਪਾਵਰ ਚਾਹੀਦੀ ਹੈ, ਥਾਟ ਪ੍ਰੋਸੈਸ ਚਾਹੀਦੀ ਹੈ, ਜੁਗਾੜ ਚਾਹੀਦਾ ਹੈ। ਤਾਂ ਕੀ ਕੀਤਾ, ਇੱਕ ਪ੍ਰਿੰਟਰ ਧਾਰਾ ਲੈ ਕੇ ਆਇਆ ਜੀ। ਤੁਸੀਂ ਦੋਸਤ ਨੂੰ ਕਿਹਾ ਵੀ ਹਾਂ ਵੀ ਤੂੰ ਪ੍ਰਿੰਟਰ ਦੇ ਭਾਈ, ਤੇ ਜਿਹੜੇ ਵੀ ਤੁਹਾਡੇ ਚਾਰਜਿਸ ਲੱਗਣਗੇ ਤੁਹਾਨੂੰ ਚਾਰਜਿਸ ਦੇਵਾਂਗੇ। ਤਾਂ ਉਹ ਚੀਜ਼ ਪ੍ਰਿੰਟ ਘਰੇ ਕੀਤੀ। ਜਦੋਂ ਪ੍ਰਿੰਟ ਘਰੇ ਕੀਤੀ ਤਾਂ ਕੁਝ ਕਾਪੀਜ਼ ਬਣਾਈਆਂ ਐਂਡ ਕੁਝ ਕਾਪੀ ਸਟੂਡੈਂਟਸ ਨੂੰ ਡਿਸਟ੍ਰੀਬਿਊਟ ਕੀਤੀਆਂ ਐਂਡ ਉਹ ਬੂਮ ਸਾਬਿਤ ਹੋਇਆ। ਸਟੂਡੈਂਟਸ ਨੇ ਬਹੁਤ ਪਸੰਦ ਕੀਤਾ। ਤੁਸੀਂ ਮੰਨੋਗੇ ਨਹੀਂ, 2021 'ਚ ਪਟਵਾਰੀ ਹੋਇਆ, ਪਟਵਾਰੀ ਦੇ ਵਿੱਚ ਉਹਦੇ ਵਿੱਚੋਂ 16 ਕੁਐਸਚਨ ਆਏ ਪੂਰੀ ਕਿਤਾਬ ਦੇ ਵਿੱਚੋਂ ਜੀ। ਤਾਂ ਬਹੁਤ ਵੱਡੀ ਅਚੀਵਮੈਂਟ ਸੀ ਐਂਡ ਹੌਲੀ ਹੌਲੀ ਚੈਨਲ ਵੱਧਦਾ ਗਿਆ। ਤੇ ਅੱਜ ਆਪਣਾ ਜਿਹੜਾ ਇਲੈਕਟ੍ਰਿਕ ਇੰਗਲਿਸ਼ ਦਾ ਪਲੇਟਫਾਰਮ ਹੈ ਉਸ ਤੇ YouTube ਤੇ 55,000 ਸਟੂਡੈਂਟਸ ਆਪਣੇ ਨਾਲ YouTube ਤੇ ਜੁੜੇ ਹੋਏ ਨੇ ਐਂਡ ਖੁਦ ਦੀ ਐਪ ਹੈ ਜੀ, ਖੁਦ ਦੀ ਵੈਬਸਾਈਟ ਹੈ। ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਸਟੂਡੈਂਟਸ ਨੂੰ ਵੱਧ ਤੋਂ ਵੱਧ ਲੈਂਗੁਏਜ ਸਿਖਾਈਏ। ਹੁਣ ਸਟੂਡੈਂਟਸ ਜਦੋਂ ਇਹ ਬੁੱਕ ਚੱਲੀ ਜੀ ਤਾਂ ਬੁੱਕ ਦੇ ਨਾਲ ਨਾਲ ਸਟੂਡੈਂਟਸ ਵੀ ਜੁੜਦੇ ਗਏ। ਤਾਂ ਜਦੋਂ ਸਟੂਡੈਂਟਸ ਜੁੜੇ ਉਹਨਾਂ ਨੇ ਇਹ ਚੀਜ਼ ਸਮਝੀ ਕਿ ਲੈਂਗੁਏਜ ਨੂੰ ਜ਼ਰੂਰੀ ਨਹੀਂ ਹੈ ਕਿ ਤੁਸੀਂ ਕ੍ਰੈਮ ਹੀ ਕਰਨਾ, ਉਹਨਾਂ ਨੇ ਲੈਂਗੁਏਜ ਨੂੰ ਸਿੱਖਣਾ ਸ਼ੁਰੂ ਕੀਤਾ। ਜਦੋਂ ਅੱਜ ਕੀ ਹੁੰਦਾ ਜੀ, ਜਦੋਂ ਸਟੂਡੈਂਟ ਸਾਨੂੰ ਮੈਸੇਜ ਕਰਦਾ ਕਿ ਹਾਂ ਵੀ ਸਰ ਤੁਹਾਡੇ ਕਰਕੇ ਆ ਰੈਂਕ ਆ ਗਿਆ ਜੀ, ਪਟਵਾਰੀ ਦਾ ਰੈਂਕ ਆ ਗਿਆ, ਆ PSBCL ਜੋ ਰੈਂਕ ਆ ਗਿਆ, ਐਕਸਾਈਜ਼ ਦੇ ਵਿੱਚੋਂ ਰੈਂਕ ਆ ਗਿਆ, ਉਹੀ ਸਭ ਤੋਂ ਵੱਡੀ ਕਮਾਈ ਹੈ ਜੀ। ਹੁਣ ਮੇਨ ਮੁੱਦੇ ਦੀ ਗੱਲ ਜਿਹੜੀ ਹੈਗੀ ਜੀ, ਲਾਈਫ ਦੇ ਵਿੱਚ ਦੋ ਹੀ ਡਰੀਮਸ ਨੇ ਜੀ। ਪਹਿਲਾ ਡਰੀਮ ਇਹ ਹੈ ਕਿ ਮਦਰ ਨੂੰ ਉਹ ਲਾਈਫ ਦੇਣੀ ਹੈ ਜੋ ਡਿਜ਼ਰਵ ਕਰਦੇ ਨੇ, ਉਹਨਾਂ ਨੂੰ ਬੈਸਟ ਜੀਵਨ ਦੇਣਾ ਜੀ। ਤੇ ਸੈਕਿੰਡ ਚੀਜ਼ ਇਹ ਜੀ ਪ੍ਰੋਫੈਸ਼ਨਲ ਡਰੀਮ, ਜੋ ਮੈਂ ਕਹਿ ਸਕਦਾ ਜੀ ਕਿ ਸਟੂਡੈਂਟਸ ਨੂੰ ਲੈਂਗੁਏਜ ਸਿਖਾਉਣੀ ਹੈ, ਬਾਹਰ ਭੇਜਣ ਦੇ ਨਹੀਂ ਬਲਕਿ ਪੰਜਾਬ ਦੇ ਵਿੱਚ ਰੋਕਣ ਵਾਸਤੇ ਲੈਂਗੁਏਜ ਸਿਖਾਉਣੀ ਹੈ। ਤਾਂ ਅਸੀਂ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਟਾਈਮ ਤੇ ਵੱਖ-ਵੱਖ ਨੌਕਰੀਆਂ ਕੱਢਦੇ ਰਹੋ ਤਾਂ ਕਿ ਪੰਜਾਬ ਦਾ ਯੂਥ ਅਸੀਂ ਵੀ ਸੇਵ ਕਰ ਸਕੀਏ ਤੇ ਤੁਸੀਂ ਵੀ ਕੁਛ ਨਾ ਕੁਛ ਕੰਟਰੀਬਿਊਸ਼ਨ ਕਰੋ। ਤੇ ਲਾਸਟ ਤੇ ਸਮਾਂ ਦੇਣ ਲਈ ਧੰਨਵਾਦ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।